बिस्मिल्लाहिर्रहमानिर्रहीम, अस्सलाम वालेकुम। आप देख रहे हैं 91 HD न्यूज़ और मैं हूं मोहम्मद नदीम। आपको अपडेट करते चलें इलाकाई खबरों से। मंडी आमनाबाद के नवाही गांव अटारी की रहायशी जनरल काउंसलर अता मोहम्मद पर बिला वजह निक्के थानेदार इकबाल हसन का अपने पेटी भाइयों के हमरा मुबैना तशद्दुद बात जोड़ दिया और नाजुक हिस्सों को जख्मी कर दिया। एक माह गुजरने के बावजूद मुतासरा जनरल काउंसलर को इंसाफ ना मिल सका। अदालत में मुकदमा की इंदराज के लिए रद्द कर दी। पुलिस गर्दी की शिकार अता मोहम्मद की कहानी उसकी जुबानी सुनते हैं। हाँ जी, दसो जी की मसला बनया जी। ਇਹ ਜੀ ਭਾਈਜਾਨ ਮਸਲਾ ਇਹ ਬਣਿਆ ਅਟਾਰੀ ਪਿੰਡ ਦੇ ਅੰਦਰ। ਮੈਂ ਅਟਾਰੀ ਪਿੰਡ ਦਾ ਕਾਉਂਸਲਰ ਹਾਂ। ਕੀ ਨਾਂ ਤੁਹਾਡਾ? ਮੇਰਾ ਨਾਮ ਅਤਾ ਮੁਹੰਮਦ ਜੀ। ਅੱਛਾ। ਤੇ 8 ਤਰੀਕ ਨੂੰ ਇਹ ਰਾਤ ਦੇ ਪੂਰੇ 11 ਵਜੇ ਦਾ ਵਾਕਿਆ ਹੈ। ਮੰਡੀ ਅਹਿਮਦਾਬਾਦ ਥਾਣੇ ਦੀ ਪੁਲਿਸ ਆਈ ਹੈ। 2 ਗੱਡੀਆਂ ਸਨ ਜੀ ਭਰੀਆਂ ਵੀ। ਅੱਛਾ। ਮੇਰਾ ਬੇਟਾ ਘਰ ਬਾਹਰ ਪਿਆ ਦਰਵਾਜ਼ੇ ਦੇ ਅੱਗੇ, ਉਹਦੇ ਤੇ ਤਸ਼ੱਦਦ ਕਰ ਰਹੇ ਨੇ। ਪੁਲਿਸ ਵਾਲੇ ਕਿਹੜੇ ਸੀ? ਪੁਲਿਸ ਵਾਲੇ ਜੀ ASI ਮੁਹੰਮਦ ਇਕਬਾਲ ਸੀ। ਅੱਛਾ। दूसरे नंबर ते ASI इफ्तिखार हुसैन सी जी। तीसरे नंबर ते इम्तियाज सी जी। चौथे नंबर ते मोहम्मद अली कांस्टेबल सन नाल जी। राणा मोहम्मद अहमद है जी उनका नाम। एक जी उनका नाम है फजाल है जी। अच्छा। एक उनका नाम है आबद शाह है जी। यानी कि उनका नाम तीसरे का नाम है रमज़ान है जी। शफकत अली है कांस्टेबल, यानी कि ਇਹ 4-5 ਕਾਂਸਟੇਬਲ ਨਾਲ ਨੇ ਜੀ। ਸਹੀ। ਇਹਨਾਂ ਫਿਰ ਉਵੇਂ ਮੈਨੂੰ ਘਰੋਂ ਖਿੱਚ ਕੇ ਨਾ ਲਿਆ ਤੇ ਬਾਹਰ। ਵਜ੍ਹਾ ਕੀ ਬਣੀ, ਕਿਉਂ ਤੁਹਾਡੇ ਘਰ ਦਾਖਲ ਹੋਏ ਨੇ? ਕੋਈ ਵਜ੍ਹਾ ਦਾ ਮੈਂ ਹੀ ਪੁੱਛਣਾ ਚਾਹਨਾ। ਮੇਰੇ ਨਾਲ ਇੰਨੀ ਤਸ਼ੱਦਦ ਹੋਈ ਹੈ, ਮੇਰੇ ਤੇ ਇੰਨਾ ਜ਼ੁਲਮ ਇਹਨਾਂ ਕੀਤਾ ਹੈ। ਕਾਉਂਸਲਰ ਵੀ ਹੈਗੇ ਤੁਸੀਂ? ਮੈਂ ਜੀ ਕਾਉਂਸਲਰ ਹਾਂ, ਮੌਜੂਦਾ ਕਾਉਂਸਲਰ ਹਾਂ। ਅੱਛਾ। ਗਾਂਵ ਅਟਾਰੀ ਦਾ। ਅੱਛਾ। ਮੈਂ ਹੀ ਪੁੱਛਣਾ ਚਾਹਨਾ, ਮੇਰਾ ਜੀ ਹੱਥ ਫ੍ਰੈਕਚਰ ਹੋ ਗਿਆ। ਮੇਰੇ ਸਾਰੇ ਪਿੰਡੇ ਤੇ ਇਹਨਾਂ ਨੇ ਸੋਟੇ ਮਾਰੇ ਨੇ, ਇੰਨੇ ਸੋਟੇ ਮਾਰੇ ਨੇ ਕਿ ਮੈਂ ਬਿਆਨ ਹੀ ਨਹੀਂ ਕਰ ਸਕਦਾ। ਮੈਂ ਮੈਡੀਕਲ ਰਿਪੋਰਟ ਵੀ ਲਈ ਹੈ ਜੀ ਅੱਛਾ ਇਹਨਾਂ ਦੇ ਖਿਲਾਫ, ਔਰ ਮੈਨੂੰ ਇਹਨਾਂ ਨੇ ਉੱਥੇ ਥਾਣੇ ਲਿਆ ਤੇ ਬੰਦ ਕੀਤਾ। ਅੱਗੋਂ ਦੂਸਰੇ ਦਿਨ ਇਹਨਾਂ ਮੈਨੂੰ ਛੱਡਿਆ। ਅੱਛਾ। ਇਹ ਜਿਹੜਾ ਹੱਥ ਫ੍ਰੈਕਚਰ ਹੋ ਗਿਆ ਸੀ? ਜੀ ਜੀ, ਹੱਥ ਮੇਰਾ ਫ੍ਰੈਕਚਰ ਹੋਇਆ, ਖੱਬਾ ਬਾਜ਼ੂ। ਅੱਛਾ, ਇਹ ਵਾਲਾ ਦਿਖਾਓ ਨਾ। ਜੀ ਜੀ, ਇਹ ਫ੍ਰੈਕਚਰ ਹੋ ਗਿਆ। ਅੱਛਾ। ਤੇ ਇਹਦੇ ਉੱਪਰ ਪੱਟੀ ਵਗੈਰਾ ਤਾਂ ਨਹੀਂ ਲੱਗੀ ਹੋਈ? ਇਹ ਪੱਟੀ ਮੈਂ ਲਵਾ ਦਿੱਤੀ ਹੋਣੀ, ਅੱਜ 8-10 ਦਿਨ ਹੋ ਗਏ ਨੇ। ਅੱਛਾ, 8-10 ਦਿਨ ਹੋ ਗਏ। ਸਹੀ। ਤੇ ਉਸ ਬਾਅਦ ਮੈਡੀਕਲ ਹੈ ਤੁਹਾਡੇ ਕੋਲ? ਜੀ ਜੀ, ਮੇਰੇ ਕੋਲ ਮੈਡੀਕਲ DHQ ਕਾੜਾ ਬੋਰਡ ਦਾ ਮੇਰੇ ਕੋਲ ਮੈਡੀਕਲ। ਉਹਦੇ ਚ ਕੀ ਉਹਨਾਂ ਕਿਹਾ? ਉਹਨਾਂ ਇਹ ਫ੍ਰੈਕਚਰ ਦਿੱਤਾ ਹੈ ਜੀ ਹੱਡੀ। ਅੱਛਾ ਅੱਛਾ। ਤੂੰ ਮੈਡੀਕਲ ਕਿੱਥੇ, ਘਰ ਪਿਆ? ਜੀ ਜੀ, ਘਰ ਪਿਆ। ਚਲੋ ਤੁਸੀਂ ਉਹ ਵੀ ਲਿਆ ਕੇ ਦਿਖਾਣਾ। ਅੱਛਾ ਅੱਛਾ। ਤੇ ਇਸ ਅੱਗੇ ਤੁਸੀਂ ਕੀ ਕਹਿੰਦੇ ਹੋ? ਬਸ ਮੈਂ ਆਦਾ ਹੱਕ ਲੈਣਾ ਚਾਹਨਾ, ਇਹਨਾਂ ਦੇ ਖਿਲਾਫ ਕਾਰਵਾਈ ਹੋਵੇ। ਥਾਣੇ ਗਏ ਹੋ? ਜੀ ਮੈਂ ਗਿਆ, ਕੀ ਕਹਿੰਦੇ? SHO ਸਾਹਿਬ ਨੂੰ ਮੈਂ ਆਪਣੀ ਦਰਖਾਸਤ ਦਿੱਤੀ, ਉਹਨਾਂ ਨਹੀਂ ਰੱਖੀ। ਅੱਛਾ। ਉਹਨਾਂ ਕਿਹਾ ਵੀ ਪਹਿਲੇ ਉਹਨਾਂ ਮੈਨੂੰ ਡਾਕਟਰ ਵੀ ਨਹੀਂ ਦਿੱਤਾ। ਅੱਛਾ, ਡਾਕਟਰ ਵੀ ਨਹੀਂ ਦਿੱਤਾ? ਡਾਕਟਰ ਮੈਂ ਜੀ ਦੀਪਾਲਪੁਰ ਅਦਾਲਤ ਚੋਂ ਲਿਆ। ਅੱਛਾ। ਫਿਰ ਮੈਂ ਹੁਣ ਆਦੀ ਦਰਖਾਸਤ ਲੈ ਗਿਆ। ਮੈਂ ਕਿਹਾ ਜੀ ਮੇਰੇ FIR ਕੱਟੋ, ਜਿਨ੍ਹਾਂ ਨੇ ਮੇਰੇ ਨਾਲ ਜ਼ਿਆਦਤੀ ਕੀਤੀ ਹੈ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀ, ਮੇਰਾ ਹੱਕ ਹੈ। ਜੇ ਮੈਨੂੰ ਇਹ ਦੱਸਣ ਮੇਰਾ ਗੁਨਾਹ ਕੀ ਹੈ, ਮੇਰਾ ਕਸੂਰ ਕੀ ਸੀ, ਮੈਂ ਇਹ ਪੁੱਛਣਾ ਚਾਹੁੰਦਾ। ਫਿਰ ਉਹਨਾਂ ਕੋਈ ਕਾਰਵਾਈ ਕੋਈ ਨਹੀਂ ਜੀ। ਉਹਨਾਂ ਆਖਿਆ ਜਾਓ ਜੀ, 2 ਦਿਨ ਟੋਰੀ ਰੱਖਿਆ। ਉਹਨਾਂ ਆਖਿਆ ਜਾਓ ਜੀ, ਇਹੀ ਕਰੋ ਜੀ। ਬਸ ਉਹ ਟੋਰ ਤੇ ਹੁਣ ਇਸ ਪਾਸੇ ਭੱਜ ਪਏ ਨੇ। ਤੇਰੇ ਨਾਲ ਮੀਆਂ ਸੀ ਕੋਈ ਕਾਰਨੇ ਮਾਦਰਤ। ਅੱਛਾ, ਹੱਥ ਤੋਂ ਦਰਖਾਸਤਾਂ ਇਹਦੇ ਕੀ ਚੱਕਰ ਹੈ? ਕਿਹਨੂੰ ਦਿੱਤੀਆਂ ਤੁਸੀਂ ਦਰਖਾਸਤਾਂ? ਇਹ ਜੀ ਮੈਂ ਇੱਕ DPO ਉਕਾੜਾ ਜੀ ਦਿੱਤੀ ਹੈ। ਅੱਛਾ। DPO ਸਾਹਿਬ ਦੇ ਨਾਂ। ਅੱਛਾ, ਤੁਹਾਨੂੰ ਦਰਖਾਸਤ ਜਰਾ ਕੈਮਰੇ ਸਾਹਮਣੇ ਕਰੋ ਨਾ। ਇਹ ਜੀ SHO ਸਾਹਿਬ ਦੇ ਨਾਂ ਦੀ ਹੈ ਦਰਖਾਸਤ। ਅੱਛਾ। ਇਹ ਜੀ ਮੇਰੇ ਕੋਲ ਦੂਸਰੀ ਦਰਖਾਸਤ ਹੈਗੀ ਹੈ, IG ਪੰਜਾਬ ਹੈ ਜੀ। ਅੱਛਾ। ਅੱਜ ਇਹ ਭੇਜ ਦਿੱਤੀਆਂ ਤੁਸੀਂ ਦਰਖਾਸਤਾਂ? ਜੀ ਭੇਜਣੀਆਂ ਨੇ। ਅੱਛਾ, ਭੇਜਣੀਆਂ ਨੇ। ਸਹੀ ਹੋ। ਅੱਛਾ। ਇਹ ਜੀ ਤੀਸਰੀ ਦਰਖਾਸਤ ਹੈ ਮੇਰੇ ਕੋਲ, DPO ਆਫ ਪੁਲਿਸ ਉਕਾੜਾ ਜੀ। ਅੱਛਾ, ਚਲੋ ਇਹ ਤਾਂ ਠੀਕ ਹੋਊਗਾ। ਤੁਸੀਂ ਦਰਖਾਸਤਾਂ ਭੇਜੋਗੇ ਤਾਂ ਤੁਹਾਨੂੰ ਤੁਸੀਂ ਕਹਿੰਦੇ ਕੋਈ ਇਨਸਾਫ ਦਿੱਤਾ ਜਾਵੇ। ਜੀ ਜੀ, ਮੈਨੂੰ ਇਨਸਾਫ ਮਿਲਣਾ ਚਾਹੀਦਾ। ਅਗਰ ਮਾਫੀ ਵਗੈਰਾ ਮੰਗਣ ਤਾਂ ਫਿਰ ਨਹੀਂ, ਮਾਫੀ ਤਾਂ ਨਹੀਂ ਹੈ ਜੀ। ਇੱਕ ਬੰਦਾ ਮਾਰ ਦਿੰਦੇ ਨੇ ਤਾਂ ਉਹਦੀ ਵੀ ਮਾਫੀ ਹੁੰਦੀ। ਮੇਰਾ ਜਿਹੜਾ ਹੱਕ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ। ਅੱਛਾ। ਜਿਸਮ ਤੇ ਤਸ਼ੱਦਦ ਦੇ ਨਿਸ਼ਾਨ ਹੈਗੇ? ਜੀ ਹੈਗੇ ਨੇ, ਤਸ਼ੱਦਦ ਦੇ ਨਿਸ਼ਾਨ ਪੂਰੇ ਪਿੰਡੇ ਤੇ ਨੇ। ਠੀਕ।